ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਆਪ ਸਭ ਜੀ ਨੂੰ ਆਸ਼ੀਸ਼ ਕਰੇ। ਪ੍ਰਭੂ ਯੀਸ਼ੂ ਮਸੀਹ ਦੇ ਨਾਮ 'ਚ ਇੱਕ ਵਾਰ ਫਿਰ ਜੈ ਮਸੀਹ ਦੀ। ਸੋ ਆਓ ਅਸੀਂ ਜੋ ਸੀਰੀਜ਼ ਸਾਨੂੰ ਵਿਸ਼ਾ ਪਰਮੇਸ਼ਰ ਨੇ ਦਿੱਤਾ ਹੈ ਉਸ ਉੱਤੇ ਅਸੀਂ ਇੱਕ ਨਜ਼ਰ ਫਿਰ ਕਰਾਂਗੇ। ਅਸੀਂ ਸਿੱਖ ਰਹੇ ਹਾਂ ਪਰਮੇਸ਼ਰ ਦੇ ਬਾਰੇ ਕਿ ਬਾਈਬਲ ਦੇ ਵਿੱਚ ਪਰਮੇਸ਼ਰ ਦੇ ਬਾਰੇ ਕੀ ਜਾਣਕਾਰੀ ਦਿੱਤੀ ਹੋਈ ਹੈ। ਸੋ ਅਸੀਂ ਅੱਜ ਪਹੁੰਚ ਚੁੱਕੇ ਹਾਂ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ। ਅਸੀਂ ਇਸ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਵੱਲ ਇੱਕ ਨਜ਼ਰ ਕਰਾਂਗੇ ਕਿ ਬਾਈਬਲ ਇਸ ਬਾਰੇ ਕੀ ਆਖਦੀ ਹੈ। ਲਿਖਿਆ ਹੈ, ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਜਦੋਂ ਪਰਮੇਸ਼ਰ ਯਹੋਵਾ ਨੇ ਮੂਸਾ ਸਾਹਮਣੇ ਪ੍ਰਚਾਰ ਕੀਤਾ ਸੀ ਉਸ ਸਮੇਂ ਉਸਨੇ ਆਪਣੇ ਬਾਰੇ ਸਮਝਾਇਆ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ਰ ਹੈ। ਪ੍ਰਿਯੋ, ਹਾਂ, ਜਦੋਂ ਪਰਮੇਸ਼ਰ ਨੇ ਖੁਦ ਆਪਣੇ ਬਾਰੇ ਬਿਆਨ ਕੀਤਾ ਹੈ ਤੇ ਸਾਨੂੰ ਫਿਰ ਉਸੇ ਤੋਂ ਹੀ ਜਾਣਨਾ ਚਾਹੀਦਾ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ਰ ਹੈ। ਸੋ ਆਓ ਅਸੀਂ ਹੁਣ ਪਵਿੱਤਰ ਵਚਨ 'ਚੋਂ ਪੜ੍ਹਾਂਗੇ। ਕੂਚ ਦੀ ਕਿਤਾਬ 34 ਅਧਿਆਏ ਉਹਦੀ 5 ਤੋਂ 7 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੈ, ਪਰਮੇਸ਼ਰ ਯਹੋਵਾ ਬੱਦਲ ਵਿੱਚ ਉਤਰਿਆ ਔਰ ਉੱਥੇ ਉਸ ਦੇ ਨਾਲ ਖਲੋ ਕੇ ਯਹੋਵਾ ਦੇ ਨਾਮ ਦਾ ਪ੍ਰਚਾਰ ਕੀਤਾ। ਸੋ ਪਰਮੇਸ਼ਰ ਕੀ ਹੋਇਆ, ਬੱਦਲ ਵਿੱਚ ਉਤਰਿਆ ਆ ਅਤੇ ਮੂਸਾ ਦੇ ਸਾਹਮਣੇ ਖੜਾ ਹੋ ਗਿਆ ਅਤੇ ਉਸਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ। ਕੀ ਆਖਿਆ ਪ੍ਰਚਾਰ 'ਚ? ਔਰ ਪਰਮੇਸ਼ਰ ਯਹੋਵਾ ਨੇ ਉਸ ਦੇ ਅੱਗੋਂ ਲੰਘ ਕੇ ਇਉਂ ਪ੍ਰਚਾਰ ਕੀਤਾ, ਯਹੋਵਾ ਯਹੋਵਾ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਹੈ, ਕ੍ਰੋਧ ਵਿੱਚ ਧੀਰਜੀ ਅਤੇ ਭਲਾਈ ਅਤੇ ਸੱਚਾਈ ਨਾਲ ਭਰਪੂਰ ਹੈ ਅਤੇ ਹਜ਼ਾਰਾਂ ਲਈ ਭਲਾਈ ਰੱਖਣ ਵਾਲਾ ਅਤੇ ਕੁਰਧਰਮ ਅਪਰਾਧ ਔਰ ਪਾਪ ਦਾ ਬਖਸ਼ਣਹਾਰ ਅਤੇ ਕੁਰਧਰਮ ਅਪਰਾਧ ਔਰ ਪਾਪ ਦਾ ਬਖਸ਼ਣਹਾਰ ਅਤੇ ਕੁਰਧਰਮੀ ਨੂੰ ਐਵੇਂ ਨਹੀਂ ਛੱਡਦਾ, ਪਰ ਬਜ਼ੁਰਗਾਂ ਦਾ ਕੁਰਧਰਮ ਉਹਨਾਂ ਦੇ ਪੁੱਤਰਾਂ ਉੱਤੇ ਅਤੇ ਪੁੱਤਰਾਂ ਦੇ ਪੁੱਤਰਾਂ ਦੀ ਤੀਜੀ ਚੌਥੀ ਪੀੜ੍ਹੀ ਤੇ ਬਦਲਾ ਲੈਣਹਾਰ ਹੈ। ਸੋ ਅਸੀਂ ਇੱਥੇ ਦੇਖਦੇ ਹਾਂ ਕਿ ਪਰਮੇਸ਼ਰ ਨੇ ਆਪਣੇ ਵਿਸ਼ੇ ਦੇ ਉੱਤੇ ਮੂਸਾ ਦੇ ਸਾਹਮਣੇ ਪ੍ਰਚਾਰ ਕੀਤਾ ਕਿ ਉਹ ਕਿੱਦਾਂ ਦਾ ਪਰਮੇਸ਼ਰ ਹੈ। ਅੱਜ ਅਸੀਂ ਦੇਖ ਰਹੇ ਹਾਂ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ। ਸੋ ਪਰਮੇਸ਼ਰ ਨੇ ਉਹਦੇ ਸਾਹਮਣੇ ਪ੍ਰਚਾਰ ਕੀਤਾ, ਯਹੋਵਾ ਯਹੋਵਾ ਦਿਆਲੂ ਅਤੇ ਕਿਰਪਾਲੂ ਪਰਮੇਸ਼ਰ, ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਸੱਚਮੁੱਚ ਦਿਆਲੂ ਹੈ ਅਤੇ ਕਿਰਪਾਲੂ ਹੈ ਅਤੇ ਕ੍ਰੋਧ ਕਰਨ ਵਿੱਚ ਉਹਦੇ ਵਿੱਚ ਲਿਖਿਆ ਉਹ ਧੀਰਜ ਹੈ, ਯਾਨੀ ਕ੍ਰੋਧ ਕਰਨ ਵਿੱਚ ਧੀਮਾ ਅਤੇ ਭਲਾਈ ਤੇ ਸੱਚਾਈ ਨਾਲ ਭਰਪੂਰ ਪਰਮੇਸ਼ਰ ਹੈ। ਪ੍ਰਿਯੋ, ਜਿਸ ਪਰਮੇਸ਼ਰ ਨੇ ਦੁਨੀਆ ਨੂੰ ਬਣਾਇਆ, ਤੁਹਾਨੂੰ ਔਰ ਮੈਨੂੰ ਬਣਾਇਆ, ਉਹ ਪਰਮੇਸ਼ਰ ਕ੍ਰੋਧ ਕਰਨ ਵਿੱਚ ਧੀਮਾ ਵਾ, ਭਲਾਈ ਅਤੇ ਸੱਚਾਈ ਨਾਲ ਭਰਿਆ ਹੋਇਆ ਪਰਮੇਸ਼ਰ ਹੈ। ਦਿਆਲੂ ਪਰਮੇਸ਼ਰ, ਕਿਰਪਾਲੂ ਪਰਮੇਸ਼ਰ ਮਤਲਬ ਅਸੀਂ ਇਸ ਨੂੰ ਅੱਗੇ ਅਸੀਂ ਚੰਗੇ ਤਰੀਕੇ ਨਾਲ ਸਮਝਾਂਗੇ। ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਵਚਨ ਦੇ ਵਿੱਚ ਇਸ ਨੂੰ ਹੋਰ ਕਿਸ ਤਰ੍ਹਾਂ ਬਿਆਨ ਕੀਤਾ ਗਿਆ। ਅਸੀਂ ਦੇਖਾਂਗੇ ਵਿਵਸਥਾ ਸਾਰ 4 ਅਧਿਆਏ ਉਹਦੀ ਜਦੋਂ 31 ਐਤ ਪੜ੍ਹਦੇ ਹਾਂ ਤੇ ਇਸ ਪ੍ਰਕਾਰ ਲਿਖਿਆ ਹੋਇਆ ਹੈ, ਕਿਉਂ ਜੋ ਯਹੋਵਾ ਤੁਹਾਡਾ ਪਰਮੇਸ਼ਰ ਇੱਕ ਦਿਆਲੂ ਪਰਮੇਸ਼ਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ ਅਤੇ ਨਾ ਤੁਹਾਨੂੰ ਨਾਸ਼ ਕਰੇਗਾ, ਨਾ ਤੁਹਾਡੇ ਪਿਓ ਦਾਦਿਆਂ ਦੇ ਨੇਮ ਨੂੰ ਜਿਸ ਦੇ ਵਿਖੇ ਉਸਨੇ ਉਹਨਾਂ ਨਾਲ ਸਹੁੰ ਖਾਧੀ ਸੀ ਭੁੱਲੇਗਾ। ਸੋ ਤੁਸੀਂ ਦੇਖਿਆ ਹੈ, ਦਿਆਲੂ ਪਰਮੇਸ਼ਰ ਹੋਣ ਦੇ ਕਾਰਨ ਉਹ ਪਰਮੇਸ਼ਰ ਜਿਹੜਾ ਹੈ ਕਿ ਉਹ ਸਾਨੂੰ ਤਿਆਗਦਾ ਨਹੀਂ। ਬੇਸ਼ੱਕ ਅਸੀਂ ਪਾਪ ਕਰਦੇ ਹਾਂ, ਬੇਸ਼ੱਕ ਅਸੀਂ ਗਲਤੀਆਂ ਕਰਦੇ ਹਾਂ, ਪਰੰਤੂ ਉਹ ਸਾਨੂੰ ਅਵਸਰ ਦਿੰਦਾ ਹੈ, ਉਹ ਇੰਤਜ਼ਾਰ ਕਰਦਾ ਹੈ ਕਿ ਅਸੀਂ ਵਾਪਸ ਆਈਏ, ਅਸੀਂ ਆਪਣੇ ਪਾਪ ਨੂੰ ਮੰਨੀਏ ਅਤੇ ਆਪਣੇ ਰਾਹਾਂ ਤੋਂ ਬੁਰੇ ਰਾਹਾਂ ਨੂੰ ਛੱਡ ਕੇ ਉਹਦੇ ਸੱਚੇ ਮਾਰਗ 'ਤੇ ਚੱਲੀਏ। ਇਸ ਲਈ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ, ਮੋਜ਼ਸ ਆਖਦਾ ਹੈ ਕਿ ਪਰਮੇਸ਼ਰ ਜਿਹੜਾ ਹੈ ਉਹ ਇੰਨਾ ਦਿਆਲੂ ਅਤੇ ਕਿਰਪਾਲੂ ਹੈ, ਤੁਹਾਨੂੰ ਤਿਆਗੇਗਾ ਨਹੀਂ, ਨਾ ਤੁਹਾਨੂੰ ਨਾਸ਼ ਕਰੇਗਾ ਅਤੇ ਉਸ ਵਚਨ ਨੂੰ ਵੀ ਯਾਦ ਰੱਖੇਗਾ ਜੋ ਉਹਨੇ ਤੁਹਾਡੇ ਪੁਰਵਜਾਂ ਦੇ ਨਾਲ ਖਾਧੀ ਸੀ, ਯਾਨੀ ਕਿ ਬਾਈਬਲ ਆਖਦੀ ਹੈ ਅਬਰਾਹਮ, ਇਸਾਕ ਤੇ ਯਾਕੂਬ ਦੇ ਨਾਲ। ਸੋ ਪ੍ਰਿਯੋ, ਜੋ ਬਾਈਬਲ ਪਰਮੇਸ਼ਰ ਦਾ ਪਵਿੱਤਰ ਵਚਨ ਹੈ ਉਸ ਵਿੱਚ ਜੋ ਵਾਅਦਾ ਪਰਮੇਸ਼ਰ ਤੁਹਾਡੇ ਔਰ ਮੇਰੇ ਸੰਗ ਜਾਂ ਉਹਨਾਂ ਵਿਸ਼ਵਾਸੀਆਂ ਦੇ ਨਾਲ ਕਰਦਾ ਹੈ, ਉਸ ਵਿੱਚ ਉਹ ਪੂਰੀ ਤਰ੍ਹਾਂ ਪੱਕਾ ਮਜ਼ਬੂਤ ਪਰਮੇਸ਼ਰ ਹੈ, ਉਹ ਕਦੀ ਬਦਲਦਾ ਨਹੀਂ। ਇਸ ਲਈ ਪਰਮੇਸ਼ਰ ਦਿਆਲੂ ਤੇ ਕਿਰਪਾਲੂ ਹੈ। ਸੋ ਅਸੀਂ ਇਸ ਨੂੰ ਅੱਗੇ ਦੇਖਾਂਗੇ ਕਿ ਜ਼ਬੂਰਾਂ ਵਿੱਚ ਦਾਊਦ ਇਸ ਨੂੰ ਕਿਸ ਪ੍ਰਕਾਰ ਆਖਦਾ ਹੈ। ਜ਼ਬੂਰ 116 ਦੀ 5 ਐਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਮੈਂ ਪੜ੍ਹਾਂਗਾ। ਲਿਖਿਆ ਹੈ 4 ਐਤ ਅਸੀਂ ਪੜ੍ਹਦੇ ਹਾਂ, ਤਾਂ ਮੈਂ ਯਹੋਵਾ ਦੇ ਨਾਮ ਨੂੰ ਪੁਕਾਰਿਆ ਅਤੇ ਹੇ ਯਹੋਵਾ ਕਿਰਪਾ ਕਰਕੇ ਮੇਰੀ ਜਾਨ ਨੂੰ ਛੁਡਾ ਲੈ। ਸੋ ਜਦੋਂ ਦਾਊਦ ਨੇ ਮੁਸੀਬਤ ਦੇ ਸਮੇਂ ਪਰਮੇਸ਼ਰ ਨੂੰ ਪੁਕਾਰਿਆ ਅਤੇ ਇਸ ਵਚਨ 'ਚ ਲਿਖਿਆ ਜਦੋਂ ਉਸਨੇ ਮੁਸੀਬਤ ਦੇ ਵਿੱਚ ਪਰਮੇਸ਼ਰ ਨੂੰ ਪੁਕਾਰਿਆ ਤੇ ਲਿਖਿਆ ਹੈ, ਯਹੋਵਾ ਦਇਆਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ਰ ਰਹੀਮ ਹੈ।
सो परमेश्वर दयावान अते धर्मी भी है। असी इस उत्ते भी नज़र करांगे आने वाले दिनों के विच भी धर्मी परमेश्वर। सो साडा विषय है दयालु ते कृपालु यानी दयावान परमेश्वर। सो ਜ਼ਬੂਰਾਂ ਦੇ ਵਿੱਚ ਲਿਖਣ ਵਾਲੇ ਲੇਖਕ ਨੇ परमेश्वर ਨੂੰ ਆਪਣੇ ਜੀਵਨ ਵਿੱਚ ਦਇਆਵਾਨ ਦੇਖਿਆ ਹੈ, ਕਿਰਪਾਲੂ ਦੇਖਿਆ ਹੈ, ਦਿਆਲੂ ਦੇਖਿਆ ਹੈ ਕਿ ਸੱਚਮੁੱਚ ਉਹਨੇ ਦੁੱਖ ਅਤੇ ਮੁਸੀਬਤ ਦੇ ਸਮੇਂ ਉਹਨੂੰ ਪੁਕਾਰਿਆ ਤੇ ਉਹ ਦਿਆਲੂ ਪਰਮੇਸ਼ਰ ਜੋ ਆਪਣੇ ਨੇਮ ਅਤੇ ਵਾਚਨ ਨੂੰ ਨਹੀਂ ਭੁੱਲਦਾ, ਜੋ ਆਪਣੇ ਲੋਕਾਂ ਨੂੰ ਨਹੀਂ ਤਿਆਗਦਾ। ਪਰ ਉਹ ਜਦ ਵੀ ਅਸੀਂ ਵੀ ਪਰਮੇਸ਼ਰ ਨੂੰ ਪੁਕਾਰਦੇ ਹਾਂ ਤਾਂ ਪਰਮੇਸ਼ਰ ਸਾਡੇ ਉੱਤੇ ਵੀ ਕਿਰਪਾ ਕਰਦਾ ਹੈ। ਸੋ ਇਸ ਪ੍ਰਕਾਰ ਜ਼ਬੂਰ 86 ਦੇ ਵਿੱਚ ਵੀ ਲਿਖਿਆ ਹੈ, ਜਦੋਂ ਅਸੀਂ ਉਹਦੀ 5 ਆਇਤ 'ਤੇ ਮੰਨਨ ਕਰਦੇ ਹਾਂ। सो इस प्रकार लिखा है, हे प्रभु तू भला ते दयालु है अते अपने सब पुकारन वालों लिए अत कृपालु है। सो इत्थे वचन च लिखा है परमेश्वर दयालु ते कृपालु उन्हां सारे लोगों लिए है जो उसनूं पुकारदे हन। सो प्रियो ऐसे भी अपने जीवन में परमेश्वर नूं पुकार के उहदी दयालगी अते उहदी किरपालता नूं वेख सकते हाँ। जब तक असीं पुकारांगे नहीं तो सानूं कदे भी नहीं पता लगेगा कि परमेश्वर जिहड़ा है वह दयालु अते किरपालु परमेश्वर है। आओ इस नूं असीं अगे देखांगे। लिखा है जो तुसी याकूब का खत पढ़ते हाँ वो 5 अध्याय वो 11 आयत विच लिखा होया है। इस प्रकार लिखा होया कि जिहड़ा परमेश्वर है, इत्थे अयूब की गल हो रही है और अयूब के विषय च लिखा जा रहा है कि लेखक आखदा है कि किस तरह परमेश्वर देखो उहदे दिनां दे विच वो धीरजवान सी, ठीक है, किस तरह उन्हें उहदे समय दे विच सबर रखिया। लिखा है वेखो असीं उन्हां नूं धन आखदे हाँ जिन्हां सबर कीता ਅਤੇ ਤਾਂ ਤੁਸਾਂ ਅਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੂ ਦੇ ਪ੍ਰੋਜਨ ਨੂੰ ਪ੍ਰਭੂ ਦੇ ਕੰਮਾਂ ਨੂੰ ਜਾਣਦੇ ਹੋ ਭਾਈ। ਪ੍ਰਭੂ ਵੱਡਾ ਦਰਦੀ ਅਤੇ ਦਿਆਲੂ ਪਰਮੇਸ਼ਵਰ ਹੈ। ਸੋ जिन्हें विश्वास करने वाले ने, विश्वासी लोग ने, बाइबल नूं रीड करने वाले ने, परमेश्वर के वचन पढ़ते हैं, संगति च जान वाले ने, वो अयूब की गल्लां नूं जानते हैं किस तरह अयूब ते दुख और मुसीबत आया, लेकिन अयूब जिहड़ा सी परमेश्वर दे विच बनिया रहा और उन्हें सबर रख के परमेश्वर का इंतजार किया। असीं देखते हैं कि एंड दे विच परमेश्वर ने उसनूं किस तरह 2 गुना आशीष की और किस तरह उन्होंने उहदी सारियां समस्याओं तो आज़ाद किया। इसलिए लेखक आखदा है कि याकूब आखदा है कि सचमुच उही परमेश्वर जो अयूब के समय कितना उसने अपने आप का दर्द दिखाया कि मैं किदा सचमुच तेरे लिए दयालु परमेश्वर हाँ। क्योंकि अयूब की किताब लिखा है, अयूब आखदा है मैं पक्के तौर पर जानता हाँ कि मेरा छुड़ाने वाला जीवित परमेश्वर है। सो प्रियो जिहड़ा दयालु परमेश्वर है उहदी दयालगी नूं असीं तद ही देखांगे जद असीं उसनूं पुकारांगे अपने जीवन च। जो तुसीं उसनूं पुकारोगे तद तुहानूं पता लगेगा कि इस दुनिया का परमेश्वर तुहाडा और मेरा बनाने वाला परमेश्वर जिहड़ा है वो दयालु परमेश्वर है, वो रहम करने वाला परमेश्वर है। वो कभी भुलदा नहीं हैगा, वो कभी छड्डदा नहीं हैगा। तुसीं जदों इसनूं जबूर 63 ਉਹਦੀ 3 ਵਿੱਚ भी पढ़ोगे तो किस तरह लिखा है, इसलिए कि तेरी दया जीवन नालों चंगी है, मेरे बुल तेरी उस्तत करनगे। सो प्रभु दे प्यारे लोगों, परमेश्वर की जिहड़ी दया वा जीवन दे नालों भली आ, जीवन दे नाल बेहतर आ। साडे को जीवन आ, तुहाडे को जीवन आ, हो सकदा तुसीं निराश होवोगे, हो सकदा तुसीं खुशहाल होवोगे, परंतु परमेश्वर के वचन च लिखा जिहड़ी उहदी दया वा जीवन दे नालों वध के है, उहदी दया जीवन दे नालों वध के है। इसलिए प्रियो अपने जीवन दे विच असीं निरंतर इस भले परमेश्वर नूं याद रखना है अते हरदम उसदे अंग संग बने रहना है। जिरमिया अपने गीत दे विच इस प्रकार लिखता है, जो बिरलाप गीत उहदा 3 अध्याय उहदी 22 ते 23 आयत नूं पढ़दे हां, हे यहोवा दी यहोवा दी दया है कि असीं मुक्के नहीं, उसका रहम अटूट जो है, यानी अटूट मतलब कदे नहीं खत्म होने वाला, उहदा रहम उहदी दया अमर है अते हर सवेर नूं ताज़ा हन अते तेरी वफादारी बड़ी है। सो की है, जिरमिया आखदा है कि उहदी दया अमर है जो हर सवेरे हर रोज़ नवी हुंदी है। प्रियो हाँ, परमेश्वर हर रोज़ दया करता है और तुहानूं और मैनूं नींद तो उठांदा है अते असीं अगला दिन वेख सकते हाँ अते अगले दिन असीं परमेश्वर का फिर शुक्र कर सकते हाँ अते अपनी जिंदगी नूं उहदे भै दे विच गुजार सकते हाँ। सो परमेश्वर के वचन दे इस प्रकार लिखा होया कि वो परमेश्वर जो जिसने जोना नबी की वार्ता नूं पढ़िया है कि किस तरह
परमेश्वर ने जोना नबी के समय दे विच 99 शहर नूं नाश करन दे लई फरमान कीता सी, परंतु 99 शहर ने मन फिराया अते अपने पापां नूं छड्डिया अते परमेश्वर ने किस तरह अपनी उत्थे दयालगी अपनी उत्थे किरपालता नूं दिखाया ते उन्हां सारिआं नूं माफ़ कर दिता। सो परियो परमेश्वर अज भी उन्हां सबनां नूं पुकारदा है, उन्हां सबनां दी उड़ीक करदा है जो पाप ते बुराई दे विच लदे होए ने। परमेश्वर उन्हां नूं चाहता है कि वो अपनी बुराई नूं छड्डण अते परमेश्वर दे बल आण ताकि परमेश्वर उन्हां दे जीवन दे विच अपनी दयालगियां नूं दिखा सके। सो यीशु मसीह के हक दे विच जो परमेश्वर के प्यारे पुत्र ने उन्होंने हक में इस प्रकार लिखा है, जो तुसीं यूहन्ना दे इंजील उहदा 1 अध्याय उहदी 14 तो 17 पढ़ते हैं तो लिखा है, शब्द देहधारी होया ते किरपा ते सच्चाई नाल भरपूर होकर साडे विच वास कीता। सो जिहड़ा शब्द सी जो परमेश्वर दे नाल रहिंदा सी, जिसनूं यीशु मसीह कहा जाता है और यीशु मसीह आख्या जाता है, वो यीशु मसीह देहधारी होया, किरपा ते सच्चाई नाल भरपूर होकर वो साडे विचकार आया सी। आज तो 2000 साल पहला यीशु मसीह अपनी किरपा लैके अपनी सच्चाई लैके धरती उत्ते प्रगट होए जो पूरी तरह सत्य है, और उन्होंने आख्या है कि मार्ग सत्य जीवन मैं हाँ। और किरपा यानी दया, वो दया लैके इसलिए हाजिर होए क्योंकि ऐसी कोई भी अपने कामां नाल धर्मी नहीं ठहर सकते। तुहानूं और मैनूं एक दयालु परमेश्वर की जरूरत है जो तुहाडे और मेरे गुनाह माफ़ करे। सो इसलिए अगे लिखा है, जो इसनूं असीं अगे पढ़दे हां, लिखा है, उसकी भरपूरी विच असां सबना ने पाया किरपा उत्ते किरपा। सो जो यीशु मसीह आए, हर एक पापी गुनेगार बीमार लाचार ने उहदी हजूरी दे विच उहदे कोलों की प्राप्त किया? किरपा ते किरपा, मतलब दया ते दया नूं हासिल किया, उहदे अनुग्रह नूं हासिल किया। और इस प्रकार लिखा है 17 आयत विच, व्यवस्था मूसा दे राही दित्ती गई सी। जिहड़ी व्यवस्था सी, पुराना नियम जिहड़े 5 किताबां सी, वो मूसा दे द्वारा आईयां वा, परंतु कहता कि है किरपा ते सच्चाई यीशु मसीह तो पहुँची है। प्रियो हाँ, सचमुच सच्चाई की है, सच की है, ये यीशु मसीह ने आके दसिया। उन्हें ये दसिया कि वो परमेश्वर, वो पिता जो बहुत दयावान है, वो दयालु है, वो किस तरह अपनी किरपा ते अपनी भलाई अपने लोगों के उत्ते करता है। जो तुसीं इफसिया का खत उहदी 2 अध्याय नूं पढ़ोगे तो उहदे विच तुसीं इस गल नूं समझोगे कि तुहाडा और मेरा बचाव किद्दां हुंदा है। अज तुसीं और मैं अपने कामां दे द्वारा धर्मी नहीं ठहरते, बल्कि यीशु मसीह के उत्ते विश्वास करन दे द्वारा, यीशु मसीह के उत्ते बलिदान दे स्वीकार करन दे द्वारा तुसीं और मैं धर्मी ठहरते हैं। सो इस प्रकार लिखा है इफसियां उहदी 2:8 विच, क्यों जो तुसीं किरपा तो नेचा दे राही बचाए गए अते तुहाडी वल्लों नहीं, ये परमेश्वर की आशीष है। सो इत्थे की लिखा है, तुसीं और मैं परमेश्वर की दया के कारण बचाए गए हाँ। परमेश्वर ने दया की और तुसीं और मैं उसकी दया दे विच आके विश्वास किया ते तुसीं और मैं बचाए गए, मतलब तुहाडा और मेरा उद्धार यानी मोक्ष नूं असीं प्राप्त किया है। ये साडे वल्लों नहीं, यानी साडे कम्मां दे द्वारा नहीं होया, बल्कि ये परमेश्वर की दया, उहदी आशीष के द्वारा है। क्यों? इस कारण कि ये करनियां तो नहीं, अजिहा ना होवे कोई घमंड करे। ये इस करके नहीं होया कि कोई इंसान ये ना कह सके भी हाँ मैं तो अपने कम्मां दे करके मैं तो बहुत भले काम करता हाँ, शायद तां करके मेरा जिहड़ा बचाव आ, मेरा उद्धार आ, जिहड़ा मेरा मोक्ष आ हो जाएगा। नहीं प्रियो, साडे कम्मां करके साडा उद्धार नहीं होएगा, बल्कि ये परमेश्वर की किरपा, उहदी दया दे नाल होया है। धन्यवाद। इस तो बाद असीं देखते हाँ कि पौलुस नूं भी परमेश्वर की आखदा है। पौलुस अपने जीवन दे विचों जदों परेशान सी, उहनूं एक कंडा चुभ्या होया सी, उहदे शरीर विच एक वेदना सी, जिसनूं वेदना नूं हटाउण लई परमेश्वर अगे प्रार्थना करता है। लेकिन परमेश्वर का उत्तर उहनूं की आंदा है, मेरी किरपा ही तेरे लिए बथेरी है, मतलब मेरी दया ही तेरे लिए बहुत है। यानी परमेश्वर नूं पता सी कि क्यों उहदे अंदर वो वेदना है, उसनूं क्यों नहीं हटाना चाहता सी, और उस वेदना नूं जे हटा नहीं दिया तो मतलब ये नहीं कि वह दयालु परमेश्वर नहीं, बल्कि वो कह रहा मैं इस विच तैनूं निकलण दी सामर्थ दूंगा, इस दुख नूं सहण दे लई मैं तैनूं की देवांगा, ताकत देवांगा ताकि तू इस दुख नूं सह सकें। आओ असीं जबूर दे विच एक बार फिर जावांगे। बहुत अच्छा लिखा होया जो असीं 32 जबूर दी 10 आयत नूं पढ़दे हां, बेहद अच्छी गल लिखी हुई है। की लिखा है, दुष्टां ते बहुत सारियां विपत्तियां होणगियां, जिहड़े बुरे लोग ने, जिहड़े दुष्ट ने, उन्हां ते अंत विच बहुत सारी विपत्तियां होणगियां, बहुत सारी मुसीबतां दा उन्हां नूं सामना करना पेगा। अज समय है कि असीं दयालु परमेश्वर वल निगाह करिए। की लिखा है, पर यहोवा दे विश्वासियां नूं उहदी दया घेरी रखेगी। सो जिन्ने परमेश्वर नूं जाणदे ने, जिन्ने परमेश्वर ते विश्वास करते हैं, उन्हां सारियां नूं परमेश्वर की दया घेर के रखेगी। सो असीं एक आयत होर पढ़ांगे, जबूर 18 उहदी 25 आयत विच इस प्रकार लिखिया है। ये हुण तुहाडे और मेरे लिए पैगाम है।
ਹੁਣ ਤੱਕ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪਰਮੇਸ਼ਰ ਦਿਆਲੂ ਤੇ ਕਿਰਪਾਲੂ ਹੈ, ਪਰ ਹੁਣ ਜਿਹੜੀ ਗੱਲ ਉਹ ਸਾਨੂੰ ਆਖਦਾ ਹੈ, ਜੇ ਹੁਣ ਪਰਮੇਸ਼ਰ ਦਿਆਲੂ ਤੇ ਕਿਰਪਾਲੂ, ਫਿਰ ਅਸੀਂ ਕੀ ਕਰੀਏ, ਸਾਡਾ ਇਹਦੇ ਵਿੱਚ ਕੀ ਕੰਮ ਆ। ਅਸੀਂ ਦੇਖਿਆ ਕਿ ਜੇ ਅਸੀਂ ਬੁਰੇ ਰਾਹਾਂ 'ਤੇ ਚੱਲਦੇ ਪਏ ਹਾਂ, ਪਾਪ ਕਰਦੇ ਪਏ ਹਾਂ, ਗਲਤੀ ਕਰਦੇ ਪਏ ਹਾਂ, ਤੇ ਤੁਸੀਂ ਘਬਰਾਓ ਨਾ, ਹਿੰਮਤ ਨਾ ਹਾਰੋ, ਨਿਰਾਸ਼ ਨਾ ਹੋ, ਬਲਕਿ ਉਸ ਦਿਆਲੂ ਪਰਮੇਸ਼ਰ ਨੂੰ ਪੁਕਾਰੋ, ਤਾਂ ਉਹ ਤੁਹਾਡੇ ਜੀਵਨ 'ਚੋਂ ਆਪਣੀ ਭਲਾਈ ਨੂੰ ਪ੍ਰਗਟ ਕਰੇਗਾ। ਉਹ ਤੁਹਾਨੂੰ ਛੱਡੇਗਾ ਨਹੀਂ, ਉਹ ਬਲਕਿ ਤੁਹਾਨੂੰ ਕੀ ਕਰੇਗਾ, ਆਪਣੀ ਕਿਰਪਾ ਦੇ ਦੁਆਰਾ ਤੁਹਾਨੂੰ ਧਰਮੀ ਠਹਿਰਾਏਗਾ। ਉਹਦੀ ਕਿਰਪਾ ਤੁਹਾਨੂੰ ਯਿਸੂ ਮਸੀਹ ਦੇ ਵਿੱਚ ਮਿਲ ਸਕਦੀ ਹੈ। ਸੋ ਆਓ ਅਸੀਂ ਹੁਣ ਉਹ ਮਨੁੱਖ ਤੋਂ ਹੋਰ ਕੀ ਚਾਹੁੰਦਾ ਹੈ। ਜ਼ਬੂਰ 18 ਉਹਦੀ 25 ਆਇਤ ਵਿੱਚ ਲਿਖਿਆ ਹੈ, ਦਇਆਵਾਨ ਲਈ ਤੂੰ ਆਪਣੇ ਆਪ ਨੂੰ ਦਇਆਵਾਨ ਵਿਖਾਵੇਂਗਾ। ਸੋ ਅਸੀਂ ਦੇਖਣਾ ਹੈ ਕਿ ਜਦੋਂ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ, ਪਰਮੇਸ਼ਰ ਦਾ ਵਚਨ ਕਹਿ ਰਿਹਾ ਹੈ ਕਿ ਜਿਹੜੇ ਇਨਸਾਨ ਦਇਆਵਾਨ ਹੈ, ਠੀਕ ਹੈ, ਤੇ ਉਹਨਾਂ ਲਈ ਪਰਮੇਸ਼ਰ ਵੀ ਆਪਣੇ ਆਪ ਨੂੰ ਦਇਆਵਾਨ ਦਿਖਾਵੇਗਾ। ਕਿਉਂ ਇਹ ਲਿਖਿਆ ਗਿਆ ਹੈ? ਤਾਂ ਕਿ ਇਹ ਇਸ ਲਈ ਲਿਖਿਆ ਗਿਆ ਹੈ ਕਿ ਤੁਸੀਂ ਵੀ ਆਪਣੇ ਜੀਵਨ 'ਚ ਦੂਜਿਆਂ ਦੇ ਨਾਲ ਭਲਾਈ ਕਰ ਸਕੋ। ਕਿਉਂਕਿ ਜਦੋਂ ਤੁਸੀਂ ਆਤਮਾ ਦੇ ਫਲ ਜਾਂ ਪਰਮੇਸ਼ਰ ਦੇ ਫਲ ਨੂੰ ਪਹਿਚਾਨੋਗੇ, ਤਾਂ ਉਹਦੇ ਵਿੱਚ ਲਿਖਿਆ ਪਰਮੇਸ਼ਰ ਦਿਆਲੂ, ਪਰ ਉਹਦੇ ਵਿੱਚ ਲਿਖਿਆ ਆਤਮਾ ਦਾ ਫਲ ਹੈ ਦਿਆਲਗੀ, ਯਾਨੀ ਦਇਆ ਕਰਨਾ। ਔਰ ਬਾਈਬਲ ਸਾਨੂੰ ਆਖਦੀ ਹੈ ਕਿ ਜਿੰਨਾ ਤੇਰੇ ਹੱਥ ਹੋ ਸਕੇ ਦੂਜਿਆਂ ਦਾ ਭਲਾ ਕਰ। ਅਸੀਂ ਦੇਖਦੇ ਹਾਂ ਕਿ ਦੁਨੀਆ ਵਿੱਚ ਬਹੁਤ ਸਾਰੇ ਭਲਾ ਕਰਦੇ ਨੇ, ਭਲਾਈ ਦੇ ਕੰਮ ਕਰਦੇ ਨੇ। ਅੱਛੀ ਗੱਲ ਹੈ, ਇਹ ਅੱਛਾ ਹੈ, ਕਿਉਂਕਿ ਇਹ ਪਰਮੇਸ਼ਰ ਨੂੰ ਵੀ ਭਾਉਂਦਾ ਹੈ ਕਿ ਅਸੀਂ ਕੀ ਕਰਨੀ ਹੈ। ਜੇ ਸਾਡੇ 'ਤੇ ਪਰਮੇਸ਼ਰ ਦਇਆ ਕਰਦਾ, ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਦੂਜਿਆਂ 'ਤੇ ਦਇਆ ਵਿਖਾਈਏ। ਸੋ ਪਰਮੇਸ਼ਰ ਇਹਨਾਂ ਗੱਲਾਂ ਦੇ ਦੁਆਰਾ ਤੁਹਾਨੂੰ ਆਸ਼ੀਸ਼ ਕਰੇ, ਔਰ ਪਰਮੇਸ਼ਰ ਸਾਰਿਆਂ ਨੂੰ ਹੋਰ ਇਹ ਬਲ, ਇਹ ਤਾਕਤ ਦੇਵੇ, ਤਾਂ ਕਿ ਅਸੀਂ ਵੀ ਜਿੱਦਾਂ ਪਰਮੇਸ਼ਰ ਭਲਾ ਹੈ, ਉਸ ਦੇ ਵਿੱਚ ਉਹਦੀ ਭਲਾਈ ਨੂੰ ਆਪਣੇ ਜੀਵਨ 'ਚ ਲੈ ਕੇ ਦੂਜਿਆਂ ਨਾਲ ਵੀ ਭਲਾਈ ਕਰ ਸਕੀਏ। ਸੋ ਪਰਮੇਸ਼ਰ ਆਪ ਸਭ ਜੀ ਨੂੰ ਬਰਕਤ ਦੇਵੇ।